Screen is visible? Yes, Yes, ma'am. कुछ नजर Yes, आया ma'am. स्क्रीन ते? Yes, ma'am. yes, ma'am. की नजर आया? तस्वीर वर्णन? डेट पालो ऊपर। Yes, ma'am. डेट पालो। सारे बच्चे डेट लिखो। लिखी हुई ना मैं ऊपर? हाँ जी, 2 जून 2021 लिख ली सबने डेट? ਤਸਵੀਰ ਵਰਣਨ Yes, ma'am. ਹੁੰਦਾ ਕੀ ਹੈ? ਸਭ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਤਸਵੀਰ ਵਰਣਨ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤਸਵੀਰ ਨੂੰ ਪਹਿਲੇ ਧਿਆਨ ਨਾਲ ਦੇਖਣਾ ਚਾਹੀਦਾ ਹੈ। ਦੇਖੋ ਇਹ ਤਸਵੀਰ ਹੈ, ਸਭ ਤੋਂ ਪਹਿਲੇ ਤਸਵੀਰ ਵਰਣਨ ਦੇ ਨਿਯਮ ਪਤਾ ਹੋਣੇ ਚਾਹੀਦੇ ਨੇ। ਤਸਵੀਰ ਨੂੰ ਪਹਿਲੇ ਧਿਆਨ ਨਾਲ ਦੇਖੋ ਧਿਆਨ ਨਾਲ ਕਿ ਪਤਾ ਲੱਗ ਸਕੇ ਇਸ ਚਿੱਤਰ ਦਾ ਮੁੱਖ ਵਿਸ਼ਾ ਕੀ ਹੈ। ਇਸ ਤਸਵੀਰ 'ਚ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ? मैम काइट फ्लाई कर रहे हैं। मैम लोहड़ी के आसपास के वाले दिन। ਹਾਂ, ਲੋਹੜੀ ਤੇ ਵੀ ਆਪਾਂ ਕਾਈਟ ਫਲਾਈਂਗ ਕਰਦੇ ਆਂ ਔਰ ਹੋਰ ਕਿਹੜੇ ਤਿਉਹਾਰ ਤੇ ਕਰਦੇ ਆਂ? ਇੱਕ ਆਪਾਂ ਲੋਹੜੀ ਤੇ ਕਰਦੇ ਆਂ, मकर संक्रांति। मैम मकर संक्रांति। ਮਕਰ ਸੰਕ੍ਰਾਂਤੀ ਤੇ ਕਰਦੇ ਆਂ, ਬਸੰਤ ਤੇ ਵੀ ਕਰਦੇ ਆਂ। ਮਤਲਬ ਚਾਹੇ ਲੋਹੜੀ ਲੈ ਲਓ ਚਾਹੇ ਬਸੰਤ ਲੈ ਲਓ, ਕਿ ਮਤਲਬ ਵਿਸ਼ਾ ਕੀ ਆ ਗਿਆ? ਲੋਹੜੀ ਜਾਂ ਬਸੰਤ ਦਾ ਤਿਉਹਾਰ ਤੇ ਲੋਕ ਪਤੰਗ ਉਡਾਉਂਦੇ ਹਨ। ਠੀਕ ਹੈ, ਇਸ ਤੋਂ ਬਾਅਦ ਚਿੱਤਰ ਦੇ ਉਪਭਾਗਾਂ ਜਾਂ ਉਹਨੂੰ ਲਕੀਰਾਂ ਨੂੰ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਕਿਵੇਂ ਦਾ ਲੱਗ ਰਿਹਾ। ਇਹਦੇ ਵਿੱਚ ਦੇਖੋ ਜਰਾ ਧਿਆਨ ਨਾਲ, ਜੇ ਲੋਹੜੀ ਹੁੰਦੀ ਤੇ ਥੋੜਾ ਮੂੰਗਫਲੀ ਰੋੜੀਆਂ ਵਾਲਾ ਵੀ ਹੁੰਦਾ, ਹੁਣ ਇਹਨੂੰ ਆਪਾਂ ਬਸੰਤ 'ਚ ਹੀ ਲੈ ਲਈਏ। ਠੀਕ ਹੈ, ਇਸ ਤੋਂ ਬਾਅਦ ਦੂਰ ਨੇੜੇ ਦੇ ਜਿਹੜਾ ਮੂਲ ਪ੍ਰਭਾਵ ਹੈ ਉਹਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਚਿੱਤਰ ਦੇ ਆਧਾਰ ਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨਾ ਹੈ। ਜਿਹੜੀ ਪਿਕਚਰ ਹੈ ਆਪਣੇ ਵਿਚਾਰ ਦੱਸਣੇ ਆ, ਲੇਕਿਨ ਪਿਕਚਰ ਤੋਂ ਬਾਹਰ ਕੁਝ ਨਹੀਂ ਲਿਖਣਾ। ਜੋ ਪਿਕਚਰ ਹੈ ਉਹਦੇ ਨਾਲ ਰਿਲੇਟਡ ਹੀ ਤੁਸੀਂ ਲਿਖਣਾ। ਇਹ ਨਹੀਂ ਤੁਸੀਂ ਪਿਕਚਰ ਦੇ ਬਾਹਰ ਕੁਝ ਵੀ ਆਪਣੀ ਕੋਈ ਪਰਸਨਲ ਗੱਲਾਂ ਜਾਂ ਅਸੀਂ ਬਸੰਤ ਕਿਵੇਂ ਮਨਾਈ ਲਾਈਕ ਦੈਟ ਜਾਂ ਲੋਹੜੀ ਕਿਵੇਂ ਮਨਾਈ ਐਵੇਂ ਦਾ ਅਸੀਂ ਕੁਝ ਨਹੀਂ ਲਿਖਣਾ। ਇਹਦੇ ਜੀਵਾਂ ਪਸ਼ੂਆਂ ਪੰਛੀਆਂ 'ਚ ਜੀਵ ਨੇ, ਜੇ ਪਸ਼ੂ ਪੰਛੀ ਜੋ ਵੀ ਉਹਨਾਂ ਦੇ ਹਾਵ ਭਾਵਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਵੇਖਣਾ, ਉਹਨਾਂ ਦੇ ਸੰਬੰਧੀ ਜਾਣਕਾਰੀ ਹਾਸਲ ਕਰਨੀ ਹੈ। ਜੇ ਇਹ ਚਿੱਤਰ ਕਿਸੇ ਪਰਸਨੈਲਿਟੀ ਦਾ ਹੋਵੇ ਤੇ ਉਹਨਾਂ ਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ, ਤਾਂ ਹੀ ਲਿਖ ਸਕਾਂਗੇ। ਠੀਕ ਹੈ, ਪਹਿਲੋਂ ਆਪਣੇ ਵਿਚਾਰਾਂ ਨੂੰ ਪਹਿਲ ਦੇਣੀ ਹੈ ਉਹਦੇ ਅਕੋਰਡਿੰਗ, ਲੇਕਿਨ ਵਿਚਾਰ ਪਿਕਚਰ ਨਾਲ ਰਿਲੇਟਡ ਹੋਣ, ਇਧਰੋਂ ਨਹੀਂ ਹੋਣੀ ਚਾਹੀਦੀ। ਬੇਲੋੜੀ ਕਲਪਨਾ ਨਹੀਂ ਹੋਣੀ ਚਾਹੀਦੀ। ਥੋੜੇ ਹੀ ਸ਼ਬਦਾਂ ਵਿੱਚ ਤੁਸੀਂ ਚਿੱਤਰ ਬਾਰੇ ਸਮੱਸਿਆ ਤੇ ਉਹਦੇ ਸੁਝਾਅ ਦੇ ਸਕਦੇ ਹੋ। ਹੁਣ ਆਪਾਂ ਇਸ ਚਿੱਤਰ ਤੇ ਆਏ। ਇਹ ਤਸਵੀਰ ਬਸੰਤ ਦੇ ਤਿਉਹਾਰ ਸਮੇਂ ਪਤੰਗ ਉਡਾਉਣ ਨਾਲ ਸੰਬੰਧਿਤ ਹੈ। ਠੀਕ ਹੈ, ਇਹ ਤਸਵੀਰ ਬਸੰਤ ਜਾਂ ਲੋਹੜੀ ਜੋ ਵੀ ਲਿਖ ਲਓ, ਬਸੰਤ ਜਾਂ ਲੋਹੜੀ ਵੀ ਲਿਖ ਸਕਦੇ ਹੋ, ਜਾਂ ਲੋਹੜੀ ਦੇ ਤਿਉਹਾਰ ਨਾਲ ਪਤੰਗ ਉਡਾਉਣ ਸੰਬੰਧਿਤ ਹੈ। ਕਾਪੀਆਂ ਦੇਖਣੀਆਂ ਮੈਂ। ਠੀਕ ਹੈ, ਤਸਵੀਰ ਵਿੱਚ ਕੀ ਨਜ਼ਰ ਆ ਰਿਹਾ ਹੈ? ਇਮਾਰਤਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਤਸਵੀਰ ਕਿਸੇ ਸ਼ਹਿਰ ਦੀ ਹੈ। ਦੇਖੋ ਜਿਹੜੀਆਂ ਬਿਲਡਿੰਗਸ ਨਜ਼ਰ ਆ ਰਹੀਆਂ ਨੇ ਇਹ ਕਿਵੇਂ ਦੀਆਂ ਲੱਗ ਰਹੀਆਂ ਨੇ? ਫਲੈਟਸ ਟਾਈਪ, ਉੱਚੀਆਂ ਪਿੰਡਾਂ 'ਚ ਐਵੇਂ ਦੀਆਂ ਬਿਲਡਿੰਗਸ ਨਹੀਂ ਹੁੰਦੀਆਂ। ਇਹਨਾਂ ਤੋਂ ਕੀ ਪਤਾ ਲੱਗ ਰਿਹਾ ਹੈ ਕਿ ਇਹ ਤਸਵੀਰ ਕਿਸੇ ਸ਼ਹਿਰ ਦੀ ਹੈ? ਉੱਚੀਆਂ ਇਮਾਰਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਤਸਵੀਰ, ਤੁਸੀਂ ਕੁਝ ਬੋਲ ਨਹੀਂ ਰਹੇ, ਆਵਾਜ਼ ਆ ਰਹੀ ਹੈ ਮੇਰੀ? यस मैम। ਹਾਂਜੀ, ਹੁਣ ਅੱਗੇ Yes, ਚੱਲੋ। ma'am. ਤਸਵੀਰ ਵਿੱਚ ਕਿੰਨੇ ਮੁੰਡੇ ਖੜੇ ਛੱਤ ਦੇ ਉੱਪਰ? 4। ਆਪਾਂ ਵੀ ਲਿਖ ਸਕਦੇ ਹਾਂ। ਤਸਵੀਰ ਵਿੱਚ ਮਕਾਨ ਦੀ ਛੱਤ ਉੱਪਰ 4 ਮੁੰਡੇ ਖੜੇ ਹਨ। ਠੀਕ ਹੈ, ਇਹ ਮੁੰਡੇ ਮਤਲਬ ਦੇਖੋ 3 ਮੁੰਡੇ ਖੜੇ ਹਨ ਤੇ 1 ਮੁੰਡਾ ਬੈਠਾ ਹੈ। ਇਹ ਵੀ ਅਸੀਂ ਲਿਖ ਸਕਦੇ ਹਾਂ। ਕੀ ਲਿਖ ਸਕਦੇ ਹਾਂ? 3 ਮੁੰਡੇ ਖੜੇ ਹਨ ਤੇ 1 ਮੁੰਡਾ ਬੈਠਾ ਹੈ। ਆਪਣੇ ਪਤੰਗ ਦੀਆਂ ਤਲਾਵਾਂ ਠੀਕ ਕਰ ਰਿਹਾ। ਉਹ ਪਤੰਗ ਨੂੰ ਕੀ ਤਲਾਵਾਂ ਹੀ ਕਹਿੰਦੇ ਨਾ, ਤਨੀਆਂ ਤਨਾਵਾਂ ਜਾਂ ਤਲਾਵਾਂ। ਅਸੀਂ ਤਾਂ ਤਲਾਵਾਂ ਕਹਿੰਦੇ, ਤੁਸੀਂ ਕਹਿੰਦੇ, ਕਈ ਲੋਕ ਤਨਾਵਾਂ ਵੀ ਕਹਿ ਲੈਂਦੇ ਨੇ। ਉਹਦੀ ਤਨੀ ਨੂੰ ਠੀਕ ਕਰਨਾ ਤਲਾਵਾਂ ਹੀ ਕਹਿੰਦੇ ਨਾ। ਇੱਕ ਮੁੰਡਾ ਪਤੰਗ ਦੀਆਂ ਤਲਾਵਾਂ ਠੀਕ ਕਰ ਰਿਹਾ ਔਰ ਇੱਕ ਮੁੰਡਾ ਪਤੰਗ ਉਡਾ ਰਿਹਾ ਹੈ। ਇੱਕ ਨੇ ਡੋਰ ਫੜੀ ਹੋਈ ਹੈ। ਡੋਰ ਫੜਨ ਨੂੰ ਕੀ ਕਹਿੰਦੇ? ਉਹਨੂੰ
ਡੋਰ ਫੜਨੀ ਨਾ ਕੀ ਆਪਾਂ ਕਿਵੇਂ ਲਿਖਦੇ ਆ ਕਿ ਇੱਕ ਮੁੰਡੇ ਨੇ ਡੋਰ ਫੜੀ ਹੋਈ ਹੈ, ਉਹਨੂੰ ਉਹਦੀ ਡੋਰ ਫੜੀ, ਉਹ ਪਤੰਗ ਉਡਾ ਰਿਹਾ। ਠੀਕ ਹੈ, ਅਸਮਾਨ 'ਚ ਇੱਕ ਪਤੰਗ ਉੱਡ ਰਿਹਾ, ਇੱਕ ਮੁੰਡੇ ਦੇ ਹੱਥ 'ਚ ਪਤੰਗ ਦੀ ਡੋਰ ਤੇ ਦੂਜੇ ਦੇ ਹੱਥ ਵਿੱਚ ਡੋਰ ਵਾਲੀ ਚਰਖੜੀ ਹੈ, ਐਵੇਂ ਲਿਖ ਲਾਂਗੇ ਆਪਾਂ। ਠੀਕ ਹੈ, ਇੱਕ ਹੋਰ ਲੜਕਾ ਕਿਸੇ ਹੋਰ ਪਾਸੇ ਦੇਖ ਰਿਹਾ। ਹੁਣ ਤੁਸੀਂ ਇੱਕ ਮੁੰਡਾ ਦੇਖੋ ਕਿਸੇ ਹੋਰ ਪਾਸੇ ਦੇਖ ਰਿਹਾ, ਹੁਣ ਮੈਂ ਦੇਖੋ ਤਾਂ ਆਹ ਮੁੰਡਾ ਕਿਸੇ ਹੋਰ ਬੰਨੇ ਦੇਖ ਰਿਹਾ ਹੈ, ਆਹ ਮੁੰਡਾ ਪਤੰਗ ਉਡਾ ਰਿਹਾ ਹੈ, ਇਹਨੇ ਡੋਰ ਦੀ ਚਰਖੜੀ ਫੜੀ ਹੋਈ ਹੈ, ਇਹ ਤਲਾਵਾਂ ਠੀਕ ਕਰਦਾ ਪਿਆ। ਇਹ ਕੀ ਕਰ ਰਿਹਾ, ਤਲਾਵਾਂ ਜਾਂ ਤਨਾਵਾਂ ਠੀਕ ਕਰ ਰਿਹਾ, ਇਹਨੇ ਚਰਖੜੀ ਫੜੀ ਹੋਈ ਹੈ। ਔਰ ਇਹ ਕੀ ਕਰ ਰਿਹਾ, ਜਾਂ ਤਾਂ ਪਤੰਗ ਵੱਲ ਦੇਖ ਰਿਹਾ ਜਾਂ ਪਤੰਗ ਉਡਾ ਰਿਹਾ। ਪਤੰਗ ਉਡਾ ਰਿਹਾ ਹੀ ਲਿਖ ਦਿੰਦੀ ਮੈਂ, ਪਤਾ ਨਹੀਂ ਉਹਨੂੰ ਉਡਾ ਹੀ ਰਿਹਾ ਹੋਣਾ, ਲੱਗ ਤਾਂ ਐਵੇਂ ਰਿਹਾ। ਔਰ ਇਹ ਵੇਖ ਰਿਹਾ, ਇਹ ਕੀ ਕਰ ਰਿਹਾ, ਵੇਖ ਰਿਹਾ। ਇਹ ਸਾਰਾ ਕੁਝ ਆਪਾਂ ਬਿਆਨ ਕਰ ਸਕਦੇ ਹਾਂ ਕਿ ਚਾਰ ਮੁੰਡੇ ਬੈਠੇ ਹਨ, ਇੱਕ ਤਲਾਵਾਂ ਪਾ ਰਿਹਾ, ਇੱਕ ਨੇ ਡੋਰ ਦੀ ਚਰਖੜੀ ਫੜੀ ਹੈ, ਇੱਕ ਪਤੰਗ ਉਡਾ ਰਿਹਾ ਔਰ ਇੱਕ ਪਤੰਗ ਨੂੰ ਦੇਖ ਰਿਹਾ। ਠੀਕ ਹੈ, ਇਸ ਤੋਂ ਬਾਅਦ ਕੁਝ ਹੋਰ ਦੇਖੋ ਇਸ ਪਿਕਚਰ 'ਚ ਨਜ਼ਰ ਆ ਰਿਹਾ, ਹੋਰ ਕੁਝ ਨਜ਼ਰ ਆ ਰਿਹਾ, ਨਹੀਂ ਆ ਰਿਹਾ? ਹਾਂਜੀ, ਹੋਰ ਕੁਝ ਇਸ ਪਿਕਚਰ 'ਚ ਨਜ਼ਰ ਨਹੀਂ ਆ ਰਿਹਾ। ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਨੇ, ਬਿਜ਼ੀ ਨੇ, ਸਾਰੇ ਮੁੰਡੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਔਰ ਇਹ ਪਤੰਗ ਉਡਾ ਕੇ ਤਿਉਹਾਰ ਮਨਾਉਣ ਨਾਲ ਸੰਬੰਧਿਤ ਇੱਕ ਸੁੰਦਰ ਤਸਵੀਰ ਹੈ। ਪਤੰਗ ਉਡਾ ਕੇ ਤਿਉਹਾਰ ਮਨਾਉਣ ਨਾਲ ਸੰਬੰਧਿਤ ਇੱਕ ਸੁੰਦਰ ਤਸਵੀਰ ਹੈ। ਲਿਖ ਲਿਆ? दोबारा बोलना? यस मैम, एक बार रिपीट कर दो। सब तो पहले ये तस्वीर कोई बसंत या लोहड़ी के त्योहार नाल संबंधित पतंग उड़ाउण नाल संबंधित है। तस्वीर विच की नजर आ रहा है? इमारतां। इन्हां उच्चियां इमारतां तो पता लगता है कि तस्वीर किसी शहर दी है। ठीक है, इस तो बाद इस विच चार मुंडे खड़े नजर आ रहे हैं, जिहदे विच एक बैठा है तो तीन खड़े हैं। एक पतंग दियां तलावां ठीक कर रहा है, एक दे हत्थ विच रखड़ी फड़ी है, एक पतंग उड़ा रहा और एक पतंग नूं देख रहा है। ठीक है, ये सब चीज़ां हो गई। फिर उस तो बाद ले लो सारे मुंडे अपने अपने कामां विच लगे हुए ने। भी लाइन थोड़ी जी बतानी क्योंकि आप 50 वर्ड्स तो लिखने ही लिखने दे विच 50 शब्दों के विच इहनूं ज़्यादा नहीं बयान करना, बस 50 शब्दों च आपां इहनूं बयान करना, ज़्यादा वड्डा लिखण दी लोड़ नहीं हैगी। और मतलब आप फिर लास्ट विच लिखांगे इंच ए पतंग उड़ा के त्योहार मनाउण नाल संबंधित सुंदर तस्वीर है। ए पतंग उड़ा के त्योहार मनाउण नाल संबंधित सुंदर तस्वीर है। इत्थे आप एंड करता। टोटल लाइनां कितनियां लिखियां आपां? 6 की लिखियां। फर्स्ट लाइन आपां लई भी ये तस्वीर बसंत जां लोहड़ी दे त्योहार नाल संबंधित है। फर्स्ट लाइन आपां ये लई। फर्स्ट लाइन मेरा कर्सर किते पहुंच जाता है। फर्स्ट लाइन आपां ये लई। सैकेंड पतंग उड़ाउण नाल उच्चियां इमारतां वाली लई। तीजी आपां लई चार मुंडे खड़े हैं। तीजी किहड़ी लई? चार मुंडे हैं इस तस्वीर विच। चौथी किहड़ी लई? एक बैठा है, एक बैठा है ते तीन खड़े हैं। ये लाइन लई। लाइनां नहीं बना के लिखना, पैरा ही लिखना है। मैं दस रही आप कितनियां लाइनां लईआं। है लई। पंजवीं आपां लई कि एक जिहड़ा मुंडा बैठा वो तलावां पा रहा, एक ने चरखड़ी फड़ी हुई है, एक ने चरखड़ी फड़ी, एक तलावां पा रहा, एक पतंग उड़ा रहा और एक पतंग वाल देख रहा। ठीक है, फिर आपां लास्ट लाइन फिर लिखा सारे अपने अपने कामां विच रुझे हैं। ये भी लाइन आपां लिखी सीगी। सारे अपने अपने कामां विच रुझे होए हन। मतलब सारे बिजी ने। रुझे की हुंदा है? बिजी। रुझे की हुंदा है? बिजी। लास्ट विच आपां ये अपनी होगी पंजवीं लाइन। ठीक है, फिर आपां सिक्स्थ लाइन लई कि ये पतंग उड़ा के त्योहार मनाउण नाल संबंधित सुंदर तस्वीर है। 6 लाइनां सिर्फ आपां लिखियां, अपने 50 वर्ड्स भी हो गए और अपनी तस्वीर भी एक्सप्लेन होगी। समझ आ गई? लास्ट लाइन रिपीट करना। ये पतंग उड़ा के त्योहार मनाउण नाल संबंधित सुंदर तस्वीर है। स्क्रीन विजिबल नहीं है?
मैम विजिबल है। ओके, लास्ट लाइन में लिखी हुई, आ वाली लास्ट लाइन है। हाँ लास्ट लाइन है, लिख लो जल्दी, फिर मैं नेक्स्ट। सोना सोना लिखना तुसी तस्वीर दे वास्ते, ते तस्वीर दे चाहो तो स्क्रीनशॉट ले लेना, प्रिंट आउट कढवा लेना, नहीं तो फिर एवें जिवें मैं तुहानूं सिखांदी हुंदी सी, एक बॉक्स बना के ਉਹਦੇ ਉੱਤੇ लिख लो मुंडे पतंग उड़ा रहे हैं। तस्वीर मतलब नहीं तुसी प्रिंट आउट कढवाया ना, तो तुसी पता किवें बनाओगे। मैं पिछले साल बच्चे तस्वीरां नहीं लगांदे सी ना, ਤੇ ਅਸੀਂ ਪਤਾ ਕਿਵੇਂ ਕਰਦੇ ਸੀ, ਜਿਵੇਂ ਐਵੇਂ ਇੱਥੋਂ ਸਾਡਾ ਪੇਜ ਸਟਾਰਟ ਹੋਇਆ, ਐਵੇਂ ਅਸੀਂ ਬਾਕਸ ਬਣਾ ਲਿਆ। ਠੀਕ ਹੈ, ਬਾਕਸ ਦੇ ਵਿੱਚ ਹੁਣ ਅਸੀਂ ਤਸਵੀਰ ਸਾਡੇ ਕੋਲ ਹੈ ਨਹੀਂ, ਤਾਂ ਅਸੀਂ ਤਸਵੀਰ ਦੀ ਜਗ੍ਹਾ ਤੇ ਕੀ ਲਗਾ ਦੇਣਾ ਸੀ, ਬੱਚੇ ਪਤੰਗ ਉਡਾਉਂਦੇ ਹੋਏ। ਠੀਕ ਹੈ, ਫਿਰ ਨਾਲੇ ਆਪਾਂ ਵੀ ਲਿਖ ਦਾਂਗੇ ਬਸੰਤ ਦਾ ਤਿਉਹਾਰ, ਕੁਝ ਲਿਖ ਲਓ ਬਸੰਤ ਜਾਂ ਲੋਹੜੀ ਦਾ ਤਿਉਹਾਰ। ਹੈਡਿੰਗ ਆਪਾਂ ਤਸਵੀਰ ਦੇਤੀ, ਇਹ ਆਪਣੀ ਕੀ ਹੈ ਤਸਵੀਰ। ਤਸਵੀਰ ਸਾਡੇ ਕੋਲ ਹੈ ਨਹੀਂ, ਅਸੀਂ ਤਸਵੀਰ 'ਚ ਲਿਖ ਲਿਆ ਵੀ ਤਸਵੀਰ 'ਚ ਕੀ ਸਟੋਰ ਹੈ। ਉਸ ਤੋਂ ਬਾਅਦ ਅਸੀਂ ਨੀਚੋਂ ਆਪਣਾ ਹੈਡਿੰਗ ਦੇ ਕੇ ਤਸਵੀਰ ਵਰਣਨ ਜਾਂ ਚਿੱਤਰ ਵਰਣਨ ਸਟਾਰਟ ਕਰ ਦਿੰਦੇ ਹਾਂ। ਚਿੱਤਰ ਵਰਣਨ, ਨਾਣੇ ਤੋਂ ਪਹਿਲੇ ਰਾਰੇ ਤੋਂ ਪਹਿਲੇ ਉਹ ਆਉਂਦਾ ਨੰਨਾ, ਧਿਆਨ ਰੱਖਿਓ। ਫਿਰ ਇੱਥੋਂ ਆਪਾਂ ਸਟਾਰਟ ਕਰ ਦਿੰਦੇ ਹਾਂ। ਸਮਝ ਆਈ? 7 ਨੰਬਰ ਦਾ ਤਸਵੀਰ ਵਰਣਨ ਪਿਕਚਰ ਪੇਪਰ 'ਚ ਆਉਂਦਾ ਹੈ। ਕਿੰਨੇ ਨੰਬਰ ਦਾ ਆਉਂਦਾ ਹੈ? 7 ਮਾਰਕਸ ਦਾ। ਔਰ फ्री ਦੇ ਹੀ ਨੰਬਰ ਹੁੰਦੇ ਨੇ, ਕਿਉਂਕਿ ਪਿਕਚਰ ਦੇਖ ਕੇ ਲਿਖਣਾ, और कुछ नहीं। पहली पिक्चर होगी सबकी क्लियर? यस मैम। Yes, 50 वर्ड। यस मैम। सेकंड स्टार्ट करा, सेकंड स्टार्ट करा। यस मैम। यस मैम। देखो ਇਹਦੇ ਵਿੱਚ ਕੀ ਆ ਰਿਹਾ, ਇਸ ਪਿਕਚਰ ਦੇ ਵਿੱਚ ਦੱਸੋ, ਜਲਦੀ ਬੋਲੋ। ਗਿੱਲਾ ਕੂੜਾ ਦੇ ਗਿੱਲਾ ਕੂੜਾ ਤੇ ਸੁੱਕਾ ਕੂੜਾ। ਠੀਕ ਹੈ, ਫਿਰ ਇਹਨੂੰ ਆਪਾਂ ਇਸ ਚਿੱਤਰ ਨੂੰ ਕਾਹਦੇ ਵਿੱਚ ਲਵਾਂਗੇ? ਇਹ ਚਿੱਤਰ ਕੀ ਦਰਸਾ ਰਿਹਾ ਹੈ? ਇਹ ਚਿੱਤਰ ਕੀ ਦਰਸਾ ਰਿਹਾ, ਕੁਝ ਤਾਂ ਬੋਲੋ। ਇਹ ਚਿੱਤਰ ਕੀ ਦਰਸਾ ਰਿਹਾ ਹੈ, ਬੋਲੋ ਤੁਸੀਂ। ये मैम ये चित्र डिफरेंशिएट करना है कि गिल्ला कूड़ा इसके अंदर डालना है, सूखा इसमें डालना है। ओके, ये चित्र सफाई अभियान ਦੀ ਮਹੱਤਤਾ ਨੂੰ ਦਰਸਾ ਰਿਹਾ ਹੈ। ਇਹ ਚਿੱਤਰ ਸਫਾਈ ਅਭਿਆਨ ਦੀ ਮਹੱਤਤਾ ਨੂੰ ਦਰਸਾ ਰਿਹਾ ਹੈ। ਇਹ ਆਪਣੀ ਫਸਟ ਲਾਈਨ ਹੋ ਗਈ। ਠੀਕ ਹੈ, ਹੁਣ ਇਹ 'ਚ ਸੈਕਿੰਡ ਚੀਜ਼ ਦੇਖੋ ਕੀ ਹੈ। ਹੁਣ ਇਹ ਚਿੱਤਰ ਜਿਹੜੇ ਆ ਡਸਟਬਿਨ ਹੁੰਦੇ ਨੇ, ਮੇਰੇ ਖਿਆਲ ਪਿੰਡਾਂ ਪੁੰਡਾਂ 'ਚ ਘੱਟ ਹੀ ਪਏ ਹੁੰਦੇ ਨੇ, ਕਿਸੇ ਵਧੀਆ ਇਲਾਕੇ ਦੀਆਂ ਪਾਰਕਾਂ ਪੂਰਕਾਂ 'ਚ ਇੱਧਰ ਉੱਧਰ ਹੀ ਪਏ ਹੁੰਦੇ ਨੇ। ਇਹ 'ਚ ਆਪਾਂ ਲਿਖ ਸਕਦੇ ਹਾਂ, ਇਸ ਵਿੱਚ 2 ਕੂੜੇਦਾਨ ਦਿਖਾਏ ਗਏ ਹਨ। ਇਸ ਵਿੱਚ ਨੰਬਰ 2 ਤੇ ਕੀ ਲਿਖਾਂਗੇ? ਇਸ ਵਿੱਚ ਨੰਬਰ ਨਹੀਂ ਪਾਣੇ, ਤੁਸੀਂ ਪੈਰੇ ਬਣਾਣੇ ਆ। ਮੈਂ ਦੱਸ ਰਹੀ ਕਿ ਆਪਾਂ ਕਿੰਨੀਆਂ ਲਾਈਨਾਂ ਲਿਖੀਆਂ ਨੇ। ਇਸ ਵਿੱਚ 2 ਕੂੜੇਦਾਨ ਦਿਖਾਏ ਗਏ ਹਨ। ਠੀਕ ਹੈ, ਇੱਕ ਗਿੱਲਾ ਕੂੜਾ ਤੇ ਇੱਕ ਸੁੱਕਾ ਕੂੜਾ। ਗਿੱਲੇ ਕੂੜੇ ਵਾਲਾ ਡਸਟਬਿਨ ਕਿਹੜੇ ਕਲਰ ਦਾ ਹੁੰਦਾ ਹੈ? ब्लू। ਗਿੱਲੇ ਕੂੜੇ ਦਾ ਡਸਟਬਿਨ ਕਿਹੜੇ ਕਲਰ ਦਾ ਹੁੰਦਾ ਹੈ? ब्लू। ब्लू। ब्लू ਹੁੰਦਾ ਹੈ। मैम ब्लू। और दूसरा श्योर? रेड। ਗਿੱਲੇ ਕੂੜੇ ਵਾਲਾ ਕਿਹੜਾ ਹੁੰਦਾ ਹੈ और ਸੁੱਕੇ ਕੂੜੇ ਵਾਲਾ ਕਿਹੜਾ ਹੁੰਦਾ ਹੈ? नहीं पता। ਹੁਣ ਤੁਸੀਂ ਕਹਿ ਰਹੇ ਹੋ ब्लू ਤੇ ग्रीन। श्योर? नहीं पता है ना। मैम चलो, ब्लू गिल्ले का होता है, ग्रीन सूखे का होता ग्रीन गिल्ले दा और ब्लू है। मैम ग्रीन सूखे दा। ग्रीन गिल्ले दा। ग्रीन गिल्ले दा देख लो, ध्यान नाल नेट तो सर्च कर लो। मेरे हिसाब नाल तो मैम मैंने कहा ग्रीन। तूने जो कहा मैं वही तो कह रही हूँ। ये ग्रीन होता है गिल्ले दा और ब्लू होता है। चेक करो, मैं ठीक है, तुसी ठीक हो?
मैम ग्रीन वाला होता है गीले के लिए और जो ब्लू वाला होता है वो सूखे के लिए। मतलब मैडम सही ने, ठीक है। यस मैम। यस मैम। मैं सही यस मैम। सी? मैं तो कन्फ्यूज हो गई, मैं क्या ਮੈਨੂੰ ਹੀ ਕੂੜੇ ਭੁੱਲ ਗਏ ਨੇ। ਆਪਾਂ ਸਕੂਲ ਚ ਉਹਨਾਂ ਡਸਟਬਿਨ ਵਾਲਾ ਕਰਵਾਇਆ ਵੀ ਸੀ ਨਾ, ਗਿੱਲੇ ਕੂੜਾ ਸੁੱਕਾ ਕੂੜਾ ਕਿਹੜੇ ਕਿਹੜੇ ਕਿੰਨੇ ਡਸਟਬਿਨ ਫੈਸਲੇ ਇਹਨੂੰ ਚੌਹਾਨ ਮੈਡਮ ਨੇ ਕਰਵਾਈ ਨਹੀਂ ਸੀ ਐਕਟੀਵਿਟੀ, ਯਾਦ ਨਹੀਂ ਹੈ? ਆ ਕਰੋਨਾ ਤੋਂ ਪਹਿਲੇ ਪਹਿਲੇ ਸਕੂਲ ਚ ਹੋਈ ਸੀ ਐਕਟੀਵਿਟੀ, ਵਾਈਟ ਡਸਟਬਿਨ ਵੀ ਸੀ, ਯੈਲੋ ਡਸਟਬਿਨ ਸੀ, ਕਈ ਕਲਰਸ ਦੇ ਡਸਟਬਿਨ ਸੀ। ਤੇ ਗਿੱਲੇ ਕੂੜੇ ਦਾ ਕਿਹੜਾ ਹੋ ਗਿਆ? ਗ੍ਰੀਨ, ਔਰ ਬਲੂ ਹੋ ਗਿਆ ਸੁੱਕੇ ਕੂੜੇ ਦਾ। ਇਸ ਵਿੱਚ ਦੋ ਡਸਟ ਕੂੜੇਦਾਨ ਪਏ ਹਨ। ਇਹਦੇ ਵਿੱਚ ਆਵੇ ਜਦੋਂ ਗਿੱਲੇ ਕੂੜੇ ਵਾਸਤੇ ਲਿਖ ਹੀ ਲਿਓ ਲਾਈਨ, ਗਿੱਲੇ ਕੂੜੇ ਵਾਸਤੇ ਹਰਾ ਤੇ ਸੁੱਕੇ ਕੂੜੇ ਵਾਸਤੇ ਨੀਲਾ ਕੂੜੇਦਾਨ ਪਿਆ ਹੈ। ਹੁਣ ਕੂੜੇਦਾਨ ਯਾਦ ਰਹਿਣਗੇ? ਮੈਨੂੰ ਲੱਗਦਾ ਕਿ ਬੱਚੇ ਜ਼ਿਆਦਾ ਇੰਟੈਲੀਜੈਂਟ ਹੈ, ਮੈਨੂੰ ਹੀ ਸ਼ਾਇਦ ਕੂੜੇਦਾਨ ਨਹੀਂ ਪਤਾ। ਹਾਂ ਹਾਂਜੀ, ਕੂੜੇਦਾਨ ਤੇ ਕੀ ਲਿਖਿਆ ਹੈ ਕਿ ਇਸ ਵਿੱਚ ਸੁੱਕਾ ਕੂੜਾ ਪਾਓ ਤੇ ਦੂਸਰੇ ਤੇ ਗਿੱਲਾ ਕੂੜਾ ਪਾਓ। ਕੂੜੇਦਾਨ ਚ ਕੀ ਲਿਖਿਆ ਹੈ ਕਿ ਇਸ ਵਿੱਚ ਸੁੱਕਾ ਕੂੜਾ ਪਾਓ ਤੇ ਇਸ ਵਿੱਚ ਗਿੱਲਾ ਕੂੜਾ ਪਾਓ। ਕੀ ਲਿਖਿਆ? ਇਸ ਵਿੱਚ ਸੁੱਕਾ ਕੂੜਾ ਪਾਓ। ਇੱਥੇ ਲਿਖ ਲਓ ਵਾਲਾ ਪੁਆਇੰਟ। ਹੁਣ ਆਪਣਾ ਦੂਜਾ ਪੁਆਇੰਟ ਆਪਾਂ ਆ ਲਿਆ ਸੀਗਾ, ਤੀਜਾ ਪੁਆਇੰਟ ਆ ਲੈ ਲਿਆ, ਚੌਥਾ ਪੁਆਇੰਟ ਕੂੜੇਦਾਨ ਤੇ ਲਿਖਿਆ ਹੋਇਆ ਹੈ ਕਿ ਇਸ ਵਿੱਚ ਗਿੱਲਾ ਕੂੜਾ ਪਾਓ ਤੇ ਇਸ ਵਿੱਚ ਸੁੱਕਾ ਕੂੜਾ ਪਾਓ। समझ आ गई है? चौथा पॉइंट समझ आ गई? यस मैम। यस मैम। उस तो बाद इस कूड़ेदान दे ऊपर और कुछ लगे ही नहीं होया इस कूड़ेदान च। ते ये कूड़े ये स्वच्छ अभियान चलाया किन्ने सी, हुण दसो इहदे बारे आपां कुछ लिख दिन्ने आ। ठीक है, ये साडे प्रधान मंत्री वालों शुरू गई स्वच्छ भारत अभियान वाली एक तस्वीर है जिहदे विच दो कूड़ेदान दिखाए गए हैं, ਜਾਂ ਸਾਡੇ ਪ੍ਰਧਾਨ ਮੰਤਰੀ ਵੱਲੋਂ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜੋ ਮਰਜ਼ੀ ਲਿਖ ਲਓ, ਪ੍ਰਧਾਨ ਮੰਤਰੀ ਨਾਲ ਰਿਲੇਟਡ ਕੋਈ ਲਾਈਨ ਲਿਖ ਲਓ, ਜੋ ਲਿਖੋਗੇ ਮੈਨੂੰ ਦੱਸ ਦੇਣਾ। ਕੀ ਲਿਖਿਆ ਤੁਸੀਂ? ਪ੍ਰਧਾਨ ਮੰਤਰੀ ਵੱਲੋਂ ਸਾਡੇ ਪ੍ਰਧਾਨ ਮੰਤਰੀ ਸ਼ੁਰੂ ਕੀਤਾ ਗਿਆ ਸਵੱਛ ਅਭਿਆਨ ਇਸ ਤਸਵੀਰ ਵਿੱਚ ਦਿਖਾਇਆ ਗਿਆ ਹੈ, ਐਵੇਂ ਲਿਖ ਲਿਆ ਆਪਾਂ। ਠੀਕ ਹੈ, ਤੇ ਵੱਖਰੇ ਵੱਖਰੇ ਤਰ੍ਹਾਂ ਦੇ ਕੂੜੇ ਨੂੰ ਵੱਖਰੇ ਵੱਖਰੇ ਕੂੜੇਦਾਨਾਂ ਚ ਪਾਉਣ ਦਾ ਕਾਰਨ ਇਹ ਹੁੰਦਾ ਹੈ ਕਿ ਅਜਿਹੀ ਖਾਸ ਕੂੜੇ ਨੂੰ ਲੋੜ ਅਨੁਸਾਰ ਠੀਕ ਤਰ੍ਹਾਂ ਸਾਂਭਿਆ ਜਾਏ। ਤੁਹਾਨੂੰ ਵੀ ਪਤਾ ਹੈ ਜੇ ਅਸੀਂ ਸਾਰਾ ਕੂੜਾ ਇੱਕੋ ਜਗ੍ਹਾ ਤੇ ਪਾ ਦਿੰਦੇ ਹਾਂ, ਗਿੱਲਾ ਸੁੱਕਾ, ਤਾਂ ਉਹਨਾਂ ਨੂੰ ਬਾਅਦ ਚ ਜੋ ਵੀ ਡਿਸਪੋਜ਼ ਕਰਨਾ ਹੁੰਦਾ ਜਾਂ ਉਹਨਾਂ ਨੂੰ ਜਿਵੇਂ ਵੀ ਕਰਨਾ, ਜਿਵੇਂ ਆਪਣੀਆਂ ਵੈਜੀਟੇਬਲਸ ਪੀਲਸ ਵਗੈਰਾ ਜਿਹੜਾ ਆਪਣਾ ਗਿੱਲਾ ਕੂੜਾ ਹੋ ਜਾਂਦਾ ਤੇ ਆਪਾਂ ਖਾਦ ਦੀ ਤਰ੍ਹਾਂ ਵੀ ਯੂਜ਼ ਕਰ ਲੈਂਦੇ ਹਾਂ। ਠੀਕ ਹੈ, ਜੇ ਹੁਣ ਪਲਾਸਟਿਕ ਦੇ ਲਿਫਾਫੇ ਜਾਂ ਦਾ ਪਲਾਸਟਿਕ ਵਾਲਾ ਕੂੜਾ ਜਾਂ ਸੁੱਕਾ ਕੂੜਾ ਹੈ ਉਹ ਰੀਸਾਈਕਲ ਵੀ ਹੋ ਜਾਂਦਾ ਉਹਨਾਂ ਚੀਜ਼ਾਂ। ਜੇ ਹੁਣ ਤੁਸੀਂ ਵਿੱਚ ਕੱਚ ਕੁੱਚ ਵੀ ਪਾ ਦਿਓ ਖਾਣ ਵਾਲੀਆਂ ਚੀਜ਼ਾਂ 'ਚ ਤੇ ਉਹ ਵੀ ਮਤਲਬ ਬੜੀ ਪਰੇਸ਼ਾਨੀ ਹੋ ਜਾਂਦੀ। ਕੋਈ ਜਾਨਵਰਾਂ ਦੇ ਅੱਗੇ ਮੰਨ ਲਓ ਪਾ ਦੇਣ ਤਾਂ ਉਹ ਜਾਨਵਰ ਦੇ ਅੰਦਰ ਕੱਚ ਚਲ ਜਾਂਦਾ ਹੈ। ਠੀਕ ਹੈ, ਮਤਲਬ ਇਸ ਲਈ ਇਹ ਅਭਿਆਨ ਚਲਾਇਆ ਗਿਆ ਸੀ ਕਿ ਅਲੱਗ-ਅਲੱਗ ਤਰ੍ਹਾਂ ਦੇ ਕੂੜੇ ਅਲੱਗ-ਅਲੱਗ ਡਸਟਬਿਨਾਂ ਦੇ ਵਿੱਚ ਪਾਏ ਜਾਣ, ਅਲੱਗ-ਅਲੱਗ ਕੂੜੇਦਾਨਾਂ ਦੇ ਵਿੱਚ ਪਾਏ ਜਾਣ। ਇਹਦੇ ਨਾਲ ਰਿਲੇਟਡ ਲਿਖ ਲਓ, ਮਤਲਬ ਵੱਖਰੇ ਵੱਖਰੇ ਤਰ੍ਹਾਂ ਦੇ ਕੂੜੇ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਕੂੜੇਦਾਨਾਂ 'ਚ ਪਾਉਣ ਦੇ ਕਾਰਨ ਮਤਲਬ ਉਹਨਾਂ ਨੂੰ ਠੀਕ ਤਰ੍ਹਾਂ ਸਾਂਭਿਆ ਜਾਏ, ਇਸ ਲਈ ਇਹ ਅਭਿਆਨ ਪ੍ਰਧਾਨ ਮੰਤਰੀ ਦੁਆਰਾ ਚਲਾਇਆ ਗਿਆ। ਤੇ ਇਹ ਤਸਵੀਰ ਸਾਨੂੰ ਅਜਿਹੇ ਕੂੜੇਦਾਨਾਂ ਦੀ ਠੀਕ ਵਰਤੋਂ ਕਰਕੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਪ੍ਰੇਰਨਾ ਦਿੰਦੀ। ਹੁਣ ਅਸੀਂ 5ਵੇਂ ਨੰਬਰ ਤੇ ਇਹ ਤਸਵੀਰ ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਲਿਖ ਰਹੇ ਹੋ? यस मैम। ਪ੍ਰੇਰਨਾ ਦਿੰਦੀ ਹੈ। Yes, ma'am. ਠੀਕ ਹੈ, ਹੁਣ ਲਾਸਟ ਲਾਈਨ ਖਤਮ ਕਿੱਥੋਂ ਕਰੀਏ? 6ਵੇਂ ਨੰਬਰ ਤੇ ਬੋਲੋ ਕੋਈ ਲਾਈਨ, ਬੋਲੋ ਕੋਈ 6th ਲਾਈਨ ਬੋਲੋ। ਜੇਕਰ ਸਾਡਾ ਆਲਾ ਦੁਆਲਾ ਸਾਫ਼ ਹੋਇਆ ਤਾਂ ਸਾਰਾ ਭਾਰਤ ਵੀ ਸਵੱਛ ਰਹੇਗਾ। ਜੇਕਰ ਸਾਡਾ ਆਲਾ ਦੁਆਲਾ ਸਾਫ਼ ਹੋਇਆ ਤਾਂ ਸਾਰਾ ਭਾਰਤ ਵੀ ਸਵੱਛ ਰਹੇਗਾ। ਸਵੱਛ ਅਭਿਆਨ ਹੈ ਨਾ,
क्लियर? लिख लोगे इस तस्वीर नाल रिलेटेड? लिख लोगे? यस मैम। यस मैम। जल्दी कंप्लीट करो इनू, फिर मैं नेक्स्ट तस्वीर लवां। हरिया फास्ट। ਆਪਾਂ ਕਹਿੰਦੇ ਆ ਕਿ ਹਾਂ, ਆਪਾਂ ਹਮੇਸ਼ਾ ਕਹਿੰਦੇ ਆ ਕਿ ਸਾਡੇ ਮਹੱਲੇ 'ਚ ਬੜਾ ਗੰਦ ਏ, ਸਰਕਾਰ ਕੁਝ ਕਰਦੀ ਨਹੀਂ। ਹੁਣ ਪ੍ਰਧਾਨ ਮੰਤਰੀ ਨੇ ਤੇ ਆ ਕੇ ਆਪਣੇ ਮਹੱਲੇ 'ਚ ਝਾੜੂ ਲਾਣਾ ਨਹੀਂ। ਆਪਣੀ ਡਿਊਟੀ ਬਣਦੀ ਕਿ ਆਪਾਂ ਕੁਝ ਵੀ ਖਾ ਪੀ ਰਹੇ ਹਾਂ, ਕੁਝ ਵੀ ਕੂੜਾ ਪ੍ਰੋਪਰ ਡਸਟਬਿਨ 'ਚ ਪਾਈਏ, ਪ੍ਰੋਪਰ ਅਲੱਗ-ਅਲੱਗ ਕਰਕੇ ਉਹਨੂੰ ਡਿਫਰੈਂਸ਼ੀਏਟ ਕਰਕੇ ਉਹਨੂੰ ਅਲੱਗ-ਅਲੱਗ ਡਸਟਬਿਨਾਂ 'ਚ ਪਾਈਏ। ਫਿਰ ਆਪਾਂ ਆਪਣੇ ਆਸ-ਪਾਸ ਦੀ ਸਫਾਈ ਦਾ ਆਪ ਧਿਆਨ ਰੱਖੀਏ। ਚੀਜ਼ਾਂ ਦੇ ਆਪ ਹੀ ਧਿਆਨ ਰੱਖਣੀਆਂ ਆਪਾਂ। ਹੁਣ ਸਰਕਾਰ ਨੇ ਥੋੜੀ ਹਰ ਜਗ੍ਹਾ ਜਾ ਕੇ ਸਫਾਈ ਕਰਨੀ ਹੈ, ਤੇ ਆਪਾਂ ਖੁਦ ਦੇਖਣਾ ਹੈ। ਠੀਕ ਹੈ? ਤੇ ਸਫਾਈ ਤਾਂ ਹੀ ਰਹਿੰਦੀ ਹੈ ਜੇ ਆਪਾਂ ਖੁਦ ਸਫਾਈ ਰੱਖਦੇ ਹਾਂ। ਥਰਡ ਤਸਵੀਰ ਤੇ ਆ ਜਾਓ। ਥਰਡ ਤਸਵੀਰ ਤੁਹਾਡੇ ਨਾਲ ਰਿਲੇਟਡ ਹੀ ਹੈ। ਇਹ ਕੀ ਹੈਗਾ? ਇਸ ਤਸਵੀਰ 'ਚ ਕੀ ਹੈ? ਬੋਲੋ, ਇਸ ਤਸਵੀਰ 'ਚ ਕੀ ਹੈ? ਲਾਇਬ੍ਰੇਰੀ। ਮੈਮ ਪੁਸਤਕਾਲੇ ਦੇ ਵਿੱਚ ਇਹ ਤਸਵੀਰ ਇੱਕ ਲਾਇਬ੍ਰੇਰੀ ਦੀ ਹੈ, ਲਿਖ ਲਈਏ? ਲਾਇਬ੍ਰੇਰੀ ਦੀ ਹੈ। ਹੋਰ ਕੀ ਲਿਖੀਏ? ਫਸਟ ਪੁਆਇੰਟ ਤੇ ਆਪਾਂ ਲਿਖ ਲਿਆ। ਸੈਕਿੰਡ ਕੀ ਲਿਖੀਏ? ਜੋ ਕਿ ਵਿਦਿਆਰਥੀ ਜੀਵਨ, ਜੋ ਕਿ ਵਿਦਿਆਰਥੀ ਜੀਵਨ ਵਿੱਚ ਪੁਸਤਕਾਂ ਦੇ ਮਹੱਤਵ ਨਾਲ ਸੰਬੰਧਿਤ ਹੈ। ਲਾਈਨ ਸਹੀ ਹੈ? ठीक लग रही है? यस मैम। ठीक है, जो कि विद्यार्थी जीवन में पुस्तकों के महत्व नाल संबंधित है। होर की लिखिए? ਇਹਦੇ ਵਿੱਚ ਇੱਕ ਬੱਚਾ ਦਿਖਾਇਆ ਗਿਆ। ਵਿਦਿਆਰਥੀ ਨੂੰ ਹਰ ਸਬਜੈਕਟ ਦੀ ਪੁਸਤਕਾਂ ਮਿਲ ਜਾਂਦੀਆਂ ਹਨ। ਪਹਿਲੇ ਆਪਾਂ ਤਸਵੀਰ ਚੋਂ ਕੁਝ ਲਈਏ। ਠੀਕ ਹੈ? ਇਸ ਵਿੱਚ ਇੱਕ 10-12 ਸਾਲ ਦਾ ਬੱਚਾ ਕੋਈ ਤਸਵੀਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ठीक है? इस विच मतलब पुस्तक नाल रिलेटेड कुछ तो लिखना। पुस्तक मैम पुस्तक नहीं लिखेंगे तस्वीर की जगह? मैं की बोला? पुस्तक बोलता है? तस्वीर बोला, तस्वीर लभन की कोशिश। गलत बोलता ना मैं। इस विच अगला पॉइंट लईए ना ਆਪਾਂ। इस विच एक 10-12 साल ਦਾ ਬੱਚਾ ਕਿਸੇ ਖਾਸ ਪੁਸਤਕ ਦੀ ਭਾਲ ਕਰ ਰਿਹਾ। ਲਿਖ ਲਈਏ? ਕਿਸੇ ਖਾਸ ਪੁਸਤਕ, ਵਰਡ ਥੋੜੇ ਵਧੀਆ ਜਿਹੇ ਬਣਾ ਲਈਏ ਨਾ। ਪੁਸਤਕ ਦੀ ਭਾਲ ਕਰ ਰਿਹਾ ਹੈ। ਲੱਭਣ ਨਾਲੋਂ ਇਹ ਲਿਖ ਲਈਏ ਕਿ ਭਾਲ ਕਰ ਰਿਹਾ ਹੈ। ਠੀਕ ਹੈ? ਇਹ ਠੀਕ ਲੱਗਦੀ ਪਈ ਲਾਈਨ? ਬੋਲੋ। ਯਸ ਮੈਮ। 10-12 ਸਾਲ ਦਾ ਬੱਚਾ ਖਾਸ ਪੁਸਤਕ ਦੀ ਭਾਲ ਕਰ ਰਿਹਾ ਹੈ। ਅੱਗੇ ਬੋਲੋ ਕੀ ਲਿਖੀਏ? विद्यार्थी की गोदी विच एक पुस्तक खुली हुई है, नजर आ रही है? आ वाली पुस्तक ही है ना? यस पुस्तक ही ना, कुछ और तो नहीं का? पिक्चर थोड़ी ब्लर है ना? बुक ही है ना? मैंने तो बुक ही लग रही है। यस मैम। मैम यस मैम। हाँ, विद्यार्थी के सामने एक पुस्तक खुली हुई है, ये लिख लेने। विद्यार्थी विद्यार्थी दे सामने एक पुस्तक खुली पई है। ठीक है? ये भी लाइन होगी। पिक्चर से ले ली अपन। देख लो पिक्चर से लाइन बनती भी है। मैम लाइब्रेरी विच विद्यार्थी शांतिपूर्वक लाइब्रेरी एक शांतिपूर्वक जगह ਹੁੰਦੀ ਹੈ ਜਿੱਥੇ ਵਿਦਿਆਰਥੀ ਵਿਚਾਰ ਬਹੁਤੇ ਨਹੀਂ ਪੇਸ਼ ਕਰਨੇ। ਆਪਾਂ ਇਹਨਾਂ ਕਿ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚੋਂ ਹਰ ਤਰ੍ਹਾਂ ਦੀਆਂ ਪੁਸਤਕਾਂ ਮਿਲ ਜਾਂਦੀਆਂ ਹਨ। ਜ਼ਿਆਦਾ ਵਿਚਾਰ ਨਹੀਂ ਪੇਸ਼ ਕਰਨੇ। ਮਤਲਬ ਕੁਝ ਜਿਹੜੇ ਇੰਪੋਰਟੈਂਟ ਵਿਚਾਰ ਹੈ ਉਹ ਤਾਂ ਸ਼ਾਂਤੀ ਨਾਲ ਬਹਿ ਕੇ ਪੜ੍ਹਨਾ, ਇਹ ਉਹ ਫਿਰ ਉਹ ਜ਼ਿਆਦਾ ਉਹ ਚੱਲ ਜਾਣਾ।
ठीक है, आप इन्ना वड्डा तो लिखना वीगा। आ लिख लेने कि विद्यार्थियों नूं अपनी लोड़ मुताबक पुस्तकां लाइब्रेरी विचों मिल जांदियां ने। ये लिख लीए, ठीक है। यस मैम। यस मैम। विद्यार्थियों नूं अपनी लोड़ मुताबक, टाइम का भी ध्यान रखियो, हर पुस्तक लाइब्रेरी विचों मिल जाती है। ठीक है, हम इनू खत्म करिए, एंड करिए दा, क्योंकि 4 पॉइंट हो गए, 50 वर्ड्स तो अबव जा रहा है। ठीक है, बस एक लास्ट पॉइंट लिख के इनू आपां खत्म करने की कोशिश करिए। बोलो लास्ट पॉइंट की लिखिए। ਇਹ ਤਸਵੀਰ ਇਹ ਸਪਸ਼ਟ ਕਰਦੀ ਹੈ ਕਿ ਵਿਦਿਆਰਥੀ ਜੀਵਨ ਵਿੱਚ ਪੁਸਤਕਾਂ ਦਾ ਕਿੰਨਾ ਮਹੱਤਵ ਹੈ। ਠੀਕ ਹੈ, ਇਹ ਲਿਖ ਲੈਂਦੇ ਆ। ਇਹ ਤਸਵੀਰ ਇਹ ਸਪਸ਼ਟ ਕਰਦੀ ਹੈ ਕਿ ਵਿਦਿਆਰਥੀ ਜੀਵਨ ਵਿੱਚ ਪੁਸਤਕਾਂ ਦਾ कितना महत्व है। क्लियर, खत्म होगी, बहुत है ना। ठीक है, कुछ जवाब दे दिया करो। यस मैम। यस मैम। यस मैम। चलो, मेरे ख्याल टाइम भी अपना लगभग ओवर ही है। मैं कॉपीज भी देखनी है ना, 3 पिक्चर्स हो गई अपनी। मैम अभी है टाइम। कितना टाइम है? 6 मिनट्स। 6 मिनट्स। एक तस्वीर और करनी है। यस मैम। एक तस्वीर और कर लिए। नो मैम। यस मैम। मैं कहते ने मैडम टाइम हैगा, हुण एक तस्वीर और भी नहीं करनी, होनी भी नहीं वैसे। मैम कर लो। फिर अब कॉपियां रह जानियां चेक होनी। मैम कॉपी चेक कर लो। यस मैम। कॉपी चेक कर लें, कोई नहीं। अपने अज अपनी 3 हो गई, देखो स्क्रीन ते नजर आ रहे ने, 1 2 3 तो हो गई, 3 रह गई, किस दिन होर कर लांगे। एक्सक्यूज मैम। हाँ जी मैम, ये इधर ये इसके बाद क्या लिखा है? विद्यार्थी ने अपनी लोड़ मुताबिक हर पुस्तक, इसके आगे क्या लिखा है? आपकी आवाज ही मुझे क्लियर नहीं आ रही, दोबारा बोलिए। मैम ये इधर साइड वाले में मैम, विद्यार्थी ने अपनी लोड़ मुताबिक हर पुस्तक के बाद क्या लिखा है? लाइब्रेरी विचों मिल जाती है हर पुस्तक। दोबारा लिखा, साफ नहीं लिखा लग रहा। लाइब्रेरी आ वाला ना, मैं दोबारा लिख। यस मैम। लाइब्रेरी ओके विचों मिल जाती है। वैसे तो मेरी राइटिंग भी बहुत सोहनी है, बट इत्थे जरा घट सोहनी आती है। ठीक है ना। चलो, हो गया। यस मैम। यस मैम। यस मैम। हम कॉपी शो करें। मैं पहले बंद कर ला। हाँ जी, कुछ मैं हम बंद कर रही हूँ, देखो कुछ और प्रॉब्लम तो नहीं, कुछ दोबारा तो नहीं देखी। लाइन क्या लिखी है? कौन सी लाइन? लास्ट वाली। ये तस्वीर ये किस स्पष्ट करती है कि विद्यार्थी जीवन विच पुस्तकां दा कितना महत्व है। ओके मैम। जस्ट हो गया। हाँ जी, हो गया। यस मैम। चलो, कॉपियां दिखाओ फटाफट, जल्दी। जी, श्रेया दी, श्रेया कॉपी नहीं आई, श्रेया दे फेस नजर आ रहा मैनू। सवलीन, खुशी, जसलीन, बस रिचा, गुरलीन, नविशा, पारवी, बाकी बच्चे। हरी आप शो मी योर नोटबुक्स।
ਉਹ ਮੈਂ ਇੱਕ ਪਿਕਚਰ ਜੀ ਬਣਾਉਣ ਲਈ ਕਿਹਾ ਸੀ, ਉੱਪਰ ਇਸ ਤਰ੍ਹਾਂ ਕਰਕੇ ਬਾਕਸ ਬਣਾ ਕੇ ਉਹਦੇ ਵਿੱਚ ਲਿਖਣਾ ਸੀ ਵੀ ਕਿਹੜੀ ਤਸਵੀਰ ਹੈ। ਇੱਕ ਤੇ ਤਾਂ ਗਿੱਲਾ ਸੁੱਕਾ ਕੂੜਾ ਲਿਖ ਲਓ। मैम यस लिखा ਇੱਕ ਦੇ हुआ ਉੱਪਰ ਉਹ ਬਸੰਤ ਦਾ ਤਿਉਹਾਰ। ਹਾਂ ਨਜ਼ਰ ਨਹੀਂ ਆ ਰਿਹਾ ਨਾ ਮੈਨੂੰ ਸਹੀ ਤਰ੍ਹਾਂ ਲਿਖਿਆ ਹੋਇਆ। ਹਾਂ ਇਹਦਾ ਨਜ਼ਰ ਆ ਗਿਆ ਮੈਨੂੰ, ਪਾਰਵੀ ਦਾ ਨੇ ਪਿਕਚਰਸ ਬਣਾਈਆਂ ਹੋਈਆਂ ਨਾਲ। ਹੁਣ ਸਾਨੂੰ ਇੰਨੀ ਅੱਛੀਆਂ ਪਿਕਚਰਸ ਬਣਾਉਣੀਆਂ ਆਉਂਦੀਆਂ ਨਹੀਂ, ਜਾਂ ਤਾਂ ਪਿਕਚਰਸ ਦੇ ਪ੍ਰਿੰਟ ਆਊਟ ਲੈ ਕੇ ਪੇਸਟ ਕਰੀਏ। ਤੇ ਇਸ ਤੋਂ ਬੈਟਰ ਹੈ ਬਾਹਰ ਜਾਣ ਤੋਂ ਪ੍ਰਿੰਟ ਆਊਟ ਲੈਣ ਤੋਂ ਤੁਸੀਂ ਉਹਦੇ ਵਿੱਚ ਐਵੇਂ ਕਰਕੇ ਬਾਕਸ ਬਣਾ ਕੇ ਲਿਖ ਲਓ ਪਿਕਚਰ ਕਿਸ ਚੀਜ਼ ਦੀ ਹੈ। ਡਸਟਬਿਨ ਵਾਲੀ ਪਿਕਚਰ ਤਾਂ ਤੁਸੀਂ ਬਣਾ ਹੀ ਸਕਦੇ ਹੋ, ਇਹ ਤਾਂ ਈਜ਼ੀ ਹੈ। ਲਾਇਬ੍ਰੇਰੀ ਦੇ ਵਿੱਚ ਇੱਕ ਬੁੱਕ ਬਣਾ ਸਕਦੇ ਹੋ ਤੇ ਨਾਲ ਲਾਇਬ੍ਰੇਰੀ ਲਿਖ ਸਕਦੇ ਹੋ। ਬੁੱਕ ਤੁਹਾਨੂੰ ਬਣਾਉਣੀ ਆਉਂਦੀ ਹੈ, ਡਰਾਇੰਗ ਤਾਂ ਤੁਹਾਡੀ ਵੈਸੇ ਹੀ ਬਹੁਤ ਅੱਛੀ ਹੈ। ਬਾਕੀ ਉਹ ਵਿੱਚ ਪਤੰਗ ਕਾਈਟ ਵਗੈਰਾ ਬਣਾ ਕੇ ਬਸੰਤ ਦਾ ਤਿਉਹਾਰ ਬਣਾ ਲਓ। ਕਲਰ ਵੀ ਕਰ ਲਿਓ ਥੋੜੇ, ਕਾਪੀ ਸੋਹਣੀ ਬਣਾਇਓ, ਬੋਰਡ ਨੂੰ ਜਾਣੀਆਂ ਤੁਹਾਡੀਆਂ ਕਾਪੀਆਂ। ਹਾਂਜੀ ਕਾਫੀ ਬੱਚਿਆਂ ਦੀ ਕਾਪੀਆਂ ਮੇਰੇ ਕੋਲ ਆ ਗਈਆਂ, ਪਰ ਹਜੇ ਮੇਰੇ ਕੋਲ ਪੁਸ਼ਕਰ ਦੀ ਕਾਪੀ ਨਹੀਂ ਆਈ। ਪੁਸ਼ਕਰ, ਅਨਮੋਲ, ਅੰਸ਼ੁਲ, ਪੁਸ਼ਕਰ ਦੀ ਆ ਗਈ। ਅਨਮੋਲ ਕਾਪੀ ਦਿਖਾਓ। ਦ੍ਰਿਸ਼ਟੀ ਦੀ ਕਾਪੀ ਵੀ ਆ ਗਈ ਹੈ। ਦ੍ਰਿਸ਼ਟੀ ਰਾਈਟਿੰਗ ਅੱਗੇ ਤੋਂ ਥੋੜੀ ਹੋਰ ਸਾਫ਼ ਕਰਨੀ ਹੈ ਬੇਟਾ। ਸੇ ਯੈਸ ਮੈਮ, ਜਵਾਬ ਦੇ ਦਿਆ ਕਰੋ ਅੱਗੋਂ ਮੈਨੂੰ। ओके मैम। ਅਨਮੋਲ ਆਪਾਂ ਅਟੈਂਡੈਂਸ ਤਾਂ ਲਾਉਂਦੇ ਨਹੀਂ ਸਵੇਰੇ, ਹੁਣ ਕਾਪੀ ਵੀ ਨਹੀਂ ਦਿਖਾਣੀ। ਮੈਨੂੰ ਦੇਖਣਾ ਪੈਂਦਾ ਅਗਲੇ ਪੀਰੀਅਡ 'ਚ ਜਾ ਕੇ ਅਨਮੋਲ ਭਾਈ ਸਾਹਿਬ ਆਏ ਕਿ ਨਹੀਂ ਆਏ। ਅੰਸ਼ੁਲ, ਅੰਸ਼ੁਲ ਕਾਪੀ। ਅਰਸ਼ਪ੍ਰੀਤ ਕੌਰ ਕਾਪੀ ਦਿਖਾਓ। ਅਰਸ਼ਪ੍ਰੀਤ ਸਿੰਘ ਕਾਪੀ ਦਿਖਾਓ ਮੈਨੂੰ। ਇਸ਼ਮੀਤ, ਇਸ਼ਮੀਤ ਦੀ ਕਾਪੀ ਨਹੀਂ ਆਈ। ਇਸ਼ਮੀਤ ਨੋ ਨੋਟਬੁੱਕ। ਇਸ਼ਮੀਤ ਤਾਂ ਜਵਾਬ ਹੀ ਨਹੀਂ ਦਿੰਦੀ, ਪਤਾ ਨਹੀਂ ਕੀ ਹੋ ਗਿਆ। ਇੰਨੀ ਪਹਿਲੇ ਐਕਟਿਵ ਸੀਗੀ ਕਲਾਸ 'ਚ। ਇਸ਼ਮੀਤ ਸੇ ਯੈਸ ਮੈਮ। नो क्लास है ही नहीं, मतलब मैं एबसेंट मार्क कर रही हूँ। इशमीत तेरी जगजोत की कॉपी नहीं आई, जसलीन दी आ गई, करणवीर दी भी कॉपी मेरे को नहीं आई। खुशी दी आ गई, लविशा दी आ गई। मयंक बांसल कॉपी। नवजोत, नवजोत से यस मैम। नवजोत यस मैम। नोट्स मिल गए सारे गूगल क्लासरूम चो? यस मैम। ਕਾਪੀਆਂ ਬਣਾ ਲੈਣਾ ਨਾਲ ਦੀ ਨਾਲ, ਠੀਕ ਹੈ। ਪ੍ਰਵੀਨ, ਪ੍ਰਵੀਨ ਦੇ ਕੁੱਟ ਪੈਣੀ ਮੇਰੇ ਤੋਂ, ਹੈ ਨਾ ਸਰ। ਮੈਂ ਫਿਰ ਨੂੰ ਹੀ ਡਾਂਟ ਪੈਂਦੀ ਵਿਚਾਰੇ ਨੂੰ ਕਲਾਸ 'ਚ ਮੇਰੇ ਤੋਂ। यस मैम। ਕਾਪੀ ਦੀ ਪ੍ਰਿਆ, ਸਵਲੀਨ ਦੀ ਕਾਪੀ ਨਹੀਂ ਆਈ, ਐਵੇਂ ਕਿਵੇਂ ਹੋ ਗਿਆ? मैम इज माय स्क्रीन विजिबल? हु इज स्पीकिंग? मैम मैंने सवलीन आपको पहले ही शो कर दी थी, अच्छा, अब दोबारा से शो कर दूं? रहने दे मैडम, भूल गए होंगे। तन्वी कॉपी दिखा दी है मुझे? तन्वी दी आ गई सी, गुरलीन दी भी आ गई, हरलीन दी आ गई। टाइम भी ओवर हो गया है। चलो मेरा भी नेक्स्ट ब्रेक है वैसे अपनी। सनप्रीत कॉपी दिखाओ, विचो विचो देख लेनी वाली। योगिता, अभिनव, पुष्पिंदर, नकुल, भावेश, आर्यन, जल्दी दिखाओ कॉपी। नाउ टाइम इज ओवर। गुड मॉर्निंग मैम। गुड मॉर्निंग, बाय बेटा। मैम